ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਬਿੱਟੂ ਸ਼੍ਰੀਵਾਸਤਵ। ਅੱਜ ਮੈਂ ਤੁਹਾਡੇ ਲਈ ਖੁਸ਼ਖਬਰੀ ਲੈ ਕੇ ਆਇਆ, ਇੱਕ ਨਹੀਂ ਦੋ। ਜੋ ਪਹਿਲੀ ਖੁਸ਼ਖਬਰੀ ਇਹ ਹੈ ਕਿ ਅੱਜ ਤੋਂ ਅਸੀਂ ਪੋਲਿਟੀ ਸਟਾਰਟ ਕਰਨਾ ਹੈ ਤੇ ਪੋਲਿਟੀ ਦੇ ਨਾਲ ਨਾਲ ਕਰੰਟ ਅਫੇਅਰ ਵੀ ਸ਼ੁਰੂ ਕਰਾਂਗੇ। ਪਰ ਜੋ ਕਰੰਟ ਅਫੇਅਰ ਹੈ ਉਹ ਅਸੀਂ ਸ਼ੁਰੂ ਕਰਾਂਗੇ ਜੀ ਮੰਡੇ, ਯਾਨੀ ਕਿ ਸੋਮਵਾਰ। ਹੁਣ ਕੀ ਗਾਇਸ ਕਿ ਪੋਲਿਟੀ ਦਾ ਜੋ ਵੀ ਆਪਣਾ ਸੀਰੀਜ਼ ਚੱਲੇਗਾ, ਪੋਲਿਟੀ ਦੇ ਸੀਰੀਜ਼ ਨੂੰ ਦੇਖਣ ਤੋਂ ਬਾਅਦ ਕਿਸੇ ਵੀ ਐਗਜ਼ਾਮ ਦੇ ਵਿੱਚ 90% ਕੁਐਸਚਨ ਇਸ ਤੋਂ ਹੀ ਕਲੀਅਰ ਤੁਹਾਡਾ ਹੋ ਜਾਏਗਾ। 90% ਟੂ 95% ਹੀ ਬੰਦ ਕਰ ਕਿ ਤੁਹਾਡਾ ਪੇਪਰ ਇਸ ਦੇ ਵਿੱਚੋਂ ਹੀ ਆਏਗਾ। ਜੇ ਪੋਲਿਟੀ ਆਣਾ ਹੋਏਗਾ ਤਾਂ ਇਸ ਦੇ ਵਿੱਚੋਂ ਆ ਜਾਏਗਾ। ਠੀਕ ਹੈ ਜੀ। ਹੁਣ ਕੀ ਗਾਇਸ ਕਿ ਜੋ ਪੋਲਿਟੀ ਹੈ, ਪੋਲਿਟੀ ਨੂੰ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ ਜੀ ਰਾਜ ਵਿਵਸਥਾ। ਜੀ ਪੋਲਿਟੀਕਲ ਸਾਇੰਸ ਤੇ ਪੋਲਿਟੀ ਦੋਨਾਂ ਦੇ ਵਿੱਚ ਡਿਫਰੈਂਸ ਹੈ। ਪੋਲਿਟੀਕਲ ਸਾਇੰਸ ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਬਾਈ ਸੀਕੁਐਂਸ ਪੜ੍ਹਦੇ ਹਾਂ ਤਾਂ ਉਸ ਨੂੰ ਕਿਹਾ ਜਾਂਦਾ ਹੈ ਪੋਲਿਟੀਕਲ ਸਾਇੰਸ। ਤੇ ਕਿਸੇ ਵੀ ਚੀਜ਼ ਨੂੰ ਜਦੋਂ ਅਸੀਂ ਪਾਰਟਿਕੂਲਰ ਜੋ ਟੌਪਿਕ ਨੂੰ ਕਲੈਕਟ ਕਰਦੇ ਹਾਂ ਤੇ ਉਸ ਨੂੰ ਪੜ੍ਹਦੇ ਹਾਂ, ਉਸ ਨੂੰ ਕਿਹਾ ਜਾਂਦਾ ਹੈ ਜੀ ਪੋਲਿਟੀ, ਜਿਸ ਦੇ ਪਿਤਾਮਾ ਨੇ ਜੀ ਅਰਸਤੂ। ठीक है, तो राज व्यवस्था आज तो ਅਸੀਂ ਦੇ ਸਟਾਰਟ ਕਰਨਾ ਹੈ ਜੀ ਪੋਲਿਟੀ। ਤਾਂ ਜੀ ਰਾਜ ਵਿਵਸਥਾ ਕੀ ਹੁੰਦਾ ਹੈ? ਵਿਵਸਥਾ ਕਿ ਕਿਸੇ ਵੀ ਰਾਜ ਦਾ ਵਿਵਸਥਾ ਕਿਵੇਂ ਚੱਲੇਗਾ। ਠੀਕ ਹੈ ਨਾ, ਇਹ ਜਿਹੀਆਂ ਚੀਜ਼ਾਂ ਕੀ ਹੈ ਕਿ ਅਸੀਂ ਪੋਲਿਟੀ ਦੇ ਵਿੱਚ ਪੜ੍ਹਦੇ ਹਾਂ। ਤਾਂ ਜਿਵੇਂ ਕੀ ਹੈ ਕਿ ਪੋਲਿਟੀ ਦੇ ਵਿੱਚ ਅਸੀਂ ਜੋ ਸਟਾਰਟ ਕਰਦੇ ਹਾਂ ਉਹ ਸਭ ਤੋਂ ਪਹਿਲਾਂ ਕਰਦੇ ਹਾਂ ਜੀ ਕਨਸਟੀਟਿਊਸ਼ਨ। ਕਨਸਟੀਟਿਊਸ਼ਨ ਤਾਂ ਕਨਸਟੀਟਿਊਸ਼ਨ ਦਾ ਸ਼ਬਦ ਦੇਖਦੇ ਸਾਡੇ ਦਿਮਾਗ 'ਚ ਇਹ ਆਉਂਦਾ ਹੈ ਕਿ ਕਨਸਟੀਟਿਊਸ਼ਨ ਜੋ ਸ਼ਬਦ ਹੈ ਸਭ ਤੋਂ ਪਹਿਲਾਂ ਕਿਸਨੇ ਦਿੱਤਾ ਸੀਗਾ, ਜਾਂ ਫਿਰ ਕਨਸਟੀਟਿਊਸ਼ਨ ਦਾ ਵਿਚਾਰ ਕਿਸਨੇ ਦਿੱਤਾ ਹੈ। ਤਾਂ ਸਾਡੇ ਦੇਸ਼ ਦੇ ਬਹੁਤ ਹੀ ਮਹਾਨ ਕਹਿ ਲੋ, ਫੇਮਸ ਕਹਿ ਲੋ ਵਿਅਕਤੀ ਨੇ, ਜਿਹਦਾ ਨਾਮ ਹੈ ਜੀ M.N. ਰॉय, ਮਨਬਿੰਦਰ ਨਾਥ ਰॉय, ਜਿਨ੍ਹਾਂ ਨੇ 1934 ਦੇ ਵਿੱਚ ਗਾਇਸ ਕਨਸਟੀਟਿਊਸ਼ਨ ਦਾ ਆਈਡੀਆ ਦਿੱਤਾ ਹੈ, मतलब विचार देता है। जे पेपर दे विच क्वेश्चन आएगा आइडिया ऑफ कॉन्स्टिट्यूशन गिवन बाय, तो फिर ऑप्शन ज्यादातर पे होता है बी M.N. रॉय। तो हमने M.N. रॉय दे ऊपर क्लिक करना, नाम है जी M.N. रॉय। इस तो बाद की है इसकी एक एक्ट आया जिसको ਅਸੀਂ ਕਹਿੰਦੇ ਆ ਗਵਰਨਮੈਂਟ ਆਫ ਇੰਡੀਆ ਐਕਟ 1935। ਹੁਣ ਇਸ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਕੀ ਸੀ ਕਿ ਸਭ ਤੋਂ ਪਹਿਲਾਂ ਇਸ ਦੇ ਵਿੱਚ ਕਿਹਾ ਗਿਆ ਕ੍ਰੀਏਸ਼ਨ ਆਫ ਆਲ ਇੰਡੀਆ ਫੈਡਰੇਸ਼ਨ, मतलब कि संपूर्ण भारत संघ ਦੀ ਸਥਾਪਨਾ ਹੋਵੇਗੀ। ਮੈਂ ਇੱਥੇ ਲਿਖ ਵੀ ਰਿਹਾ ਹਾਂ ਕ੍ਰੀਏਸ਼ਨ ਆਫ ऑल इंडिया फेडरेशन, ऑल इंडिया फेडरेशन। इसका अर्थ यह है कि क्रिएशन ऑफ ऑल इंडिया फेडरेशन का मतलब कि संपूर्ण भारत संघ की स्थापना होगी। इसका अर्थ की है कि इस दे विच कहा गया कि हर एक छोटे छोटे राज्यों को मिला के एक केंद्र बनेगा। मीन्स हर एक छोटे छोटे राज्यों को मिला के एक केंद्र बनेगा ते हर एक राज कोले अपनी एक ऑटोनॉमी होएगी, मतलब अपनी एक शक्ति होगी। तो तुसी आज भी देखो जिवें हर एक छोटे छोटे राज ने पंजाब, हरियाणा, राजस्थान, MP, तिन्हां दा जो केंद्र बनेगा मतलब एक जो हो गया अपना दिल्ली। ठीक है जी। कॉन्सेप्ट नंबर 2 कहा गया ਇਹਦੇ ਵਿੱਚ ਸ਼ਕਤੀ ਦੀ ਵੰਡ, ਜਿਸ ਨੂੰ ਅਸੀਂ ਇੰਗਲਿਸ਼ ਦੇ ਵਿੱਚ ਕਹਿੰਦੇ ਜੀ ਡਿਵੀਜ਼ਨ ਆਫ ਪਾਵਰ। ਸ਼ਕਤੀ ਦੀ मतलब शक्ति ਦੀ ਵੰਡ ਕੀਤੀ ਗਈ। ਇਸ ਦਾ ਅਰਥ ਕੀ ਹੈ ਕਿ ਕੁਝ ਸ਼ਕਤੀਆਂ ਦਿੱਤੀਆਂ ਗਈਆਂ ਜੀ ਕੇਂਦਰ ਨੂੰ, ਜਿਸ ਨੂੰ ਅਸੀਂ ਡਿਨੋਟ ਕਰਦੇ ਹਾਂ ਜੀ ਯੂਨੀਅਨ ਲਿਸਟ ਦੇ ਨਾਲ। यूनियन लिस्ट ते कुछ शक्तियां दित्तियां गईयां स्टेट ਨੂੰ। स्टेट ਨੂੰ गाइस पॉलिटी ਦੇ ਵਿੱਚ ਕੰਟਰੀ ਨੂੰ ਵੀ स्टेट ਕਿਹਾ ਜਾਂਦਾ ਹੈ। ਠੀਕ ਹੈ। ਤਾਂ ਇੱਥੇ ਕੀ ਹੈ, ਹੁਣ स्टेट ਕੀ ਹੁੰਦਾ ਹੈ?
स्टेट की डेफिनेशन ये है कि जिस दे कोले एक पर्टिकुलर अपना एरिया होवे, आर्थिक रूप नाल फैसले करन लई आजाद होवे ते अपने खेतर दे विच कानून आप बनाउंदा होवे, इसनूं कहा जाता है जी स्टेट। तां करके कुछ शक्तियां दित्तियां गईयां यूनियन नूं, केंद्र नूं, ते कुछ शक्तियां दित्तियां गईयां स्टेट नूं, जिसनूं तुसीं स्टेट बोलदे हो। पॉलिटी दे जो लैंग्वेज है इसदे विच इसनूं कहा जाता है जी प्रोविंशियलिस्ट। ते कुछ शक्तियां दित्तियां गईयां यूनियन प्लस प्रोविंस नूं, जिसनूं कहा गया जी कॉन्करेंटलिस्ट। पंजाबी दे विच राजे इसनूं कहा जाता है केंद्र सूची। राजे टोटल 100 केसेस ऐसे ने जिसदे ऊपर सिर्फ व सिर्फ केंद्र सरकार ही फैसला कर सकती है। ते प्रोविंशियल जो लिस्ट है इसनूं राजे पंजाबी दे विच कहा जाता है प्रांतीय सूची या फिर राज सूची कह लो। ते एक जो कॉन्करेंट लिस्ट नूं पंजाबी दे विच कहा जाता है जी समवर्ती सूची। समवर्ती जो सूची है इसका अर्थ की है कि सेंटर प्लस स्टेट दोनों ही इसके ऊपर फैसला कर सकते हैं। ठीक है, जो थर्ड कॉन्सेप्ट की है जो थर्ड कॉन्सेप्ट गाइस ए है कि बाइकैमरलिज्म ऑन द बेस ऑफ स्टेट मींस राज दे आधार ते दो सदन प्रणाली की स्थापना। बाइकैमरलिज्म ऑन द बेस ऑफ स्टेट, पंजाबी दे विच भी मैं बोल रहा है राज दे आधार ते दो सदन प्रणाली की स्थापना। हुण एक हुंदा है गाइस इंग्लिश दे विच बाइकैमरलिज्म ते एक हुंदा है जी यूनिकैमरलिज्म। यूनिकैमरलिज्म हुंदा है इसका अर्थ हुंदा है जी एक सदन। एक सदन मींस एक हाउस, जिमें अपना पंजाब है। हुण वो की है यूनिकैमरलिज्म है। क्यों है? क्योंकि हुण देखो गाइस बाइकैमरलिज्म ऑन द बेस ऑफ स्टेट, एक की हुंदा है जो स्टेट हुंदा है, एक हुंदा है इहदे विच विधान सभा। ठीक है ना, एक हुंदा है विधान सभा। मैं पंजाबी दे विच भी लिख रहा है, इंग्लिश दे विच भी स्टेट लेजिस्लेटिव असेंबली जिसनूं कहा जाता है। ते एक हुंदा है गाइस विधान परिषद, जिसनूं इंग्लिश दे विच कहा जाता है गाइस स्टेट लेजिस्लेटिव काउंसिल, राज्य विधान परिषद। मैं फिर बोल रहा है दो सदन प्रणाली की स्थापना राज दे आधार पे, एक की है विधान सभा है, एक की है जी विधान परिषद है। ठीक है, तो पंजाब की है अपना यूनिकैमरलिज्म है। क्यों है? क्योंकि पंजाब दे विच गाइस विधान परिषद नहीं है, कला विधान सभा है। यूनिकैमरलिज्म का अर्थ ही ये हुंदा है कि एक सदन। कॉन्सेप्ट अगला, आरबीआई की स्थापना। आरबीआई की स्थापना हुण आरबीआई बारे मैक्सिमम स्टूडेंट्स को पता होता है रिजर्व बैंक ऑफ इंडिया। एग्जामिनर को भी पता है कि थोनू पता है, पर एग्जामिनर जो क्वेश्चन की पुट करेगा कि गाइस जो आरबीआई की स्थापना हुई सी ना, ये हुई सी कि गवर्नमेंट ऑफ इंडिया एक्ट 1935 ਦੇ ਦੁਆਰਾ। पर जो इंडिया ਦੇ ਵਿੱਚ ਆਇਆ ਸੀਗਾ गवर्नमेंट ऑफ इंडिया एक्ट 1934 यानी कि भारत अधिनियम एक्ट 1934 ਦੇ ਦੁਆਰਾ। तो जो गाइस आरबीआई का जो पूरा नाम तुसी भी जानते हो रिजर्व बैंक ऑफ इंडिया, जिसकी स्थापना हुई सी गाइस 1 अप्रैल 1935। ठीक है, तो गाइस आपने ऐसा ही करना है कि एक पॉइंट नु पकड़ के ना एक उदा जो कंप्लीट जो दी कह लो कि संरचना है, इंफॉर्मेशन है, उसको ਅਸੀਂ ਨੇ कंप्लीट कर रहे हैं।
देखो ਤਾਂ ਆਰਬੀਆਈ ਦੀ ਸਥਾਪਨਾ ਹੋ ਗਈ, ਆਪਾਂ ਨੇ ਪੜ ਲਿਆ 1935 ਦੇ ਵਿੱਚ। ਤਾਂ ਆਰਬੀਆਈ ਦਾ ਫਰਸਟ ਗਵਰਨਰ ਕੌਣ ਸੀਗਾ? जाहिर जी गल है गाइस, जो 1935 ਦੇ ਵਿੱਚ ਸਥਾਪਨਾ ਹੋਈ ਸੀ, ਕੋਈ ਨਾ ਕੋਈ ਅੰਗਰੇਜ਼ੀ ਹੋਏਗਾ, ਕਿਉਂਕਿ ਜੋ ਆਪਣਾ ਕੰਟਰੀ ਹੈ 1947 ਦੇ ਵਿੱਚ ਆਜ਼ਾਦ ਹੋਇਆ ਹੈ। ਤਾਂ ਜੋ ਫਰਸਟ ਜੋ ਸੀਗੇ ਗਵਰਨਰ, ਉਹਨਾਂ ਦਾ ਨਾਮ ਹੈ ਗਾइस ऑसबॉर्न स्मिथ। ऑसबॉर्न स्मिथ। ਤਾਂ जाहिर जी गल है कि ਹੁਣ ਤਾਂ ਆਰਬੀਆਈ ਇੰਡੀਆ ਦਾ ਹੈ, ਤਾਂ ਕੋਈ ਨਾ ਕੋਈ ਪਹਿਲਾ ਇੰਡੀਅਨ ਵੀ ਤਾਂ ਹੋਏਗਾ। ਤਾਂ ਫਰਸਟ ਜੋ ਇੰਡੀਅਨ ਸੀਗੇ ਉਹ ਸੀਗੇ ਸੀ ਡੀ ਦੇਸ਼ਮੁਖ। ਸੀ ਡੀ ਦੇਸ਼ਮੁਖ। ਹੁਣ ਦੇਖੋ ਸੀ ਡੀ ਦੇਸ਼ਮੁਖ। ਹੁਣ ਕੀ गाइस प्रेजेंट कौन है? प्रेजेंट प्रेजेंट ने गाइस शक्तिकांत दास। शक्तिकांत दास। एग्जामिनर ये भी क्वेश्चन कर सकता है कि शक्तिकांत दास जी आरबीआई के कितने गवर्नर? तो शक्तिकांत दास जी गाइस आरबीआई के 25वें गवर्नर। ठीक है जी। हुण की है कि आरबीआई, तो ये भी थोनों पता होना चाहिए है, जो भी स्टूडेंट्स पीसीएस या फिर यूपीएससी की तैयारी कर रहे हैं, कि शक्तिकांत दास जी तो पहला गवर्नर कौन सी? तो गाइस उर्जित पटेल। उस तो पहला कौन सी? रघु राम जी राजन। उस तो पहला कौन सी? सुब्बा राव। ठीक है। असि नेक्स्ट 1935 एक्ट अगला जो अपना वीडियो आएगा उसके विच कवर करांगे। ते जे ਤੁਹਾਨੂੰ ਵੀਡੀਓ ਵਧੀਆ ਲੱਗਿਆ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਰੋ, ਤੇ ਜੋ ਵੀ ਪਰੀक्षा ਅਕੈਡਮੀ ਦਾ ਜੋ ਚੈਨਲ ਹੈ ਉਸ ਨੂੰ ਸਬਸਕ੍ਰਾਈਬ ਕਰੋ। ਇੰਸਟਾਗ੍ਰam ਫੇਸਬੁੱਕ ਤੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ। ਜੇ ਕੋਈ ਵੀ ਕੁਐਰੀ ਹੈ ਗਾਇਸ ਤਾਂ ਤੁਸੀਂ ਇਸ ਨੰਬਰ ਤੇ ਕਾਲ ਕਰੋ। ਨੰਬਰ ਹੈ ਜੀ 97819 00240। ਇਸ ਤੋਂ ਬਾਅਦ ਕੀ ਹੈ, ਤੁਸੀਂ ਇਸ ਗਵਰਨਮੈਂਟ ਆਫ ਇੰਡੀਆ ਐਕਟ 1935 ਨੂੰ ਗਾਇਸ ਪੜ੍ਹਨਾ ਹੈ। ਜੇ ਕੋਈ ਵੀ ਡਾਊਟ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰੋ। ਓਕੇ, ਥੈਂਕ ਯੂ ਸੋ ਮਚ।